Good morning, everyone. Today we discuss the task 1 of IELTS exam. So, इसकी statement है the line graph shows estimated sales of gold in Dubai for 12 months in 2002 in millions of dirhams. Okay, जो ਉਹਨਾਂ ਦੀ ਮਨੀ ਨੂੰ ਕਾਊਂਟ ਕਰਨ ਦੀ ਜੋ ਯੂਨਿਟ ਹੈ ਲਾਈਕ ਇੰਡੀਆ ਦੇ ਵਿੱਚ ਹੈ ਰੁਪੀਸ ਬਟ ਦੁਬਈ ਦੇ ਵਿੱਚ ਕੀ ਹੈ ਦਿਰਹਮਸ ਸੋ ਇੱਥੇ ਕੀ ਆਪਣੇ ਕੋਲ ਟਾਸਕ 1 ਦੀ ਇੱਕ ਟਾਈਪ ਹੈ ਲਾਈਨ ਗ੍ਰਾਫ ਠੀਕ ਹੈ ਇਹਨੂੰ ਆਪਾਂ ਸਿੰਗਲ ਲੀਨੀਅਰ ਲਾਈਨ ਗ੍ਰਾਫ ਬੋਲ ਸਕਦੇ ਹਾਂ ਇਸ 'ਚ ਜੋ ਵਾਈ ਐਕਸਿਸ ਹੈ ਉਸ 'ਤੇ ਆਪਣੇ ਕੋਲ ਮਿਲੀਅਨਸ ਆਫ ਦਿਰਾਮਸ ਦੱਸੇ ਹੋਏ ਨੇ ਦੁਬਈ ਸੋਲਡ ਸੇਲਸ 2002 ਮੀਨਸ ਟੂ ਸੇ ਪਾਸਟ ਈਅਰ ਨੈਕਸਟ ਇੱਕ ਹੀ ਸਾਲ ਹੈ ਬਟ ਉਸ ਦੇ ਵਿੱਚ ਕੀ ਆਪਣੇ ਕੋਲ ਵੇਰੀਏਸ਼ਨਸ ਨੇ 12 ਮੰਥ ਦੀਆਂ ਠੀਕ ਹੈ ਦੇਖੋ ਇਸਨੂੰ ਲਿਖਣਾ ਕੀ ਹੈ ਤੁਹਾਡੇ ਕੋਲ ਸਭ ਤੋਂ ਪਹਿਲਾਂ ਤੁਸੀਂ ਇਨਫੋਰਮੇਸ਼ਨ ਨੂੰ ਸਮਰਾਈਜ਼ ਕਰਨਾ ਹੈ ਸਾਰਾ ਇਨਫੋਰਮੇਸ਼ਨ ਚੈੱਕ ਕਰਨਾ ਜੋ ਤੁਹਾਨੂੰ ਦਿੱਤਾ ਹੋਇਆ ਲਾਈਕ ਕੋਈ ਪਰਸੈਂਟੇਜ 'ਚ ਡਾਟਾ ਨਹੀਂ ਦਿੱਤਾ ਠੀਕ ਹੈ ਮਨੀ ਦਿੱਤੀ ਹੋਈ ਹੈ ਮੰਥਸ ਦਿੱਤੇ ਹੋਏ ਨੇ ਠੀਕ ਹੈ ਦੈਨ ਇਨੀਸ਼ੀਅਲ ਪੁਆਇੰਟ ਕੀ ਹੈ 200 ਮਿਲੀਅਨਸ ਆਫ dirhams ਤੋਂ ਸਟਾਰਟ ਹੋ ਕੇ ਦੈਨ ਐਂਡਿੰਗ ਹੋ ਰਹੀ ਹੈ ਉਸਦੀ ਦਸੰਬਰ ਮੰਥ ਦੇ ਵਿੱਚ 150 200 ਤੋਂ 150 ਤੋਂ ਜਸਟ ਓਵਰ ਹੈ ਠੀਕ ਹੈ ਪ੍ਰਾਈਸ ਨੈਕਸਟ ਦੇਖੋ ਇਸਦੀ 4 ਸਟੈਪਸ ਦੇ ਵਿੱਚ ਆਪਾਂ ਇਨਫੋਰਮੇਸ਼ਨ ਦੇਣੀ ਹੈ ਕੰਪਲੀਟ ਕਰਨਾ ਹੈ ਸਭ ਤੋਂ ਫਰਸਟ ਹੁੰਦਾ ਹੈ ਆਪਣੇ ਕੋਲ ਇੰਟਰੋਡਕਸ਼ਨ ਫਸਟ ਆਫ ਆਲ ਤੁਸੀਂ ਇੰਟਰੋਡਿਊਸ ਕਰਾਉਣਾ ਹੈ ਕਿ ਤੁਸੀਂ ਟਾਸਕ ਦੇ ਵਿੱਚ ਕੀ ਲਿਖਣ ਜਾ ਰਹੇ ਹੋ ਅਗਰ ਟਾਸਕ 1 ਹੈ ਤਾਂ ਇੰਟਰੋਡਿਊਸ ਕਰੋ ਦ ਪ੍ਰੋਵਾਈਡਡ line graph illustrate ਜਿਸ ਤਰ੍ਹਾਂ ਮੈਂ ਇੱਥੇ ਲਿਖੀ ਹੋਈ ਹੈ the provided line graph illustrate the sales of gold in Dubai for 12 months in 2002 in millions of dirhams there are two main season for gold sale ਕਿ ਦੋ ਮੇਨ ਸੀਜ਼ਨ ਹੈ ਜਿੱਥੇ ਕਿ 골ਡ ਸੇਲ ਸਭ ਤੋਂ ਜ਼ਿਆਦਾ ਹੁੰਦੀ ਹੈ ਦੇਖੋ ਹੁਣ ਇੱਥੇ ਸੀ ਜੋ ਆਪਣੇ ਕੋਲ ਇਹ ਇਨਫੋਰਮੇਸ਼ਨ ਦਿੱਤੀ ਸੀ ਇਹ ਬਲੂ ਕਲਰ ਦੀ ਲਾਈਨ ਹੈ ਇਸ ਨੂੰ ਹੀ ਆਪਾਂ ਰੀਫਰੇਸ ਕਰਨਾ ਵਿਦ ਦੀ ਹੈਲਪ ਆਫ ਸਿਨੋਨੀਅਮ ਮੈਂ ਇੱਥੇ ਇੱਕ ਵਰਡ ਐਡ ਕਰਤਾ ਪ੍ਰੋਵਾਈਡਡ ਦ ਲਾਈਨ ਗ੍ਰਾਫ ਸ਼ੋਜ਼ ਦੀ ਥਾਂ ਤੇ ਮੈਂ ਕਿਆ ਲਿਖਤਾ ਇਲਿਸਟ੍ਰੇਟ ਕੀ ਕਰ ਰਿਹਾ ਸੇਲਸ ਆਫ ਗੋਲਡ ਇਨ ਦੁਬਈ ਫॉर 12 ਮੰਥ ਠੀਕ ਹੈ ਇਨ 2 ਸੀਜ਼ਨਸ ਕਰਤਾ ਠੀਕ ਹੈ ਮਿਲੀਅਨਸ ਆਫ ਦਿਰਾਮਸ ਜੋ ਉਸਦਾ ਅਮਾਊਂਟ ਹੈ ਉਸ ਚੀਜ਼ ਨੂੰ ਆਪਾਂ ਅੱਗੇ ਲਿਖਤਾ ਤਾਂ ਤੁਸੀਂ ਇਸ ਤਰ੍ਹਾਂ ਵੇਰੀਏਸ਼ਨ ਲਿਆ ਸਕਦੇ ਹੋ ਦੇਖੋ ਹੁਣ ਮੇਨ ਵਰਡ ਹੈ ਤੇ ਸ਼ੋ ਕਰਨਾ ਡਾਟਾ ਨੂੰ ਸ਼ੋ ਕਰਨਾ ਇਹਦੇ ਲਈ ਹੋਰ ਸਿਨੋਨੀਮਸ ਹੋ ਸਕਦੇ ਨੇ ਅਗਰ ਆਪਾਂ ਦੇਖੀਏ ਤਾਂ ਇਸ ਦੇ ਵਿੱਚ ਲਾਈਕ ਇਲਿਸਟ੍ਰੇਟ ਡੈਮੋਨਸਟ੍ਰੇਟ ठीक है नेक्स्ट हो सकता है अपने पास इंडिकेशन ओके या फिर ਤੁਸੀਂ ਉਸ ਨੂੰ ਲਿਖ ਸਕਦੇ ਹੋ illustrate demonstrate depicts what ठीक है नेक्स्ट वर्ड इज depicts मीन्स टू से शो करना क्या दिखा रही है ठीक है देन इसमें लिखना किवें जिस तरह मैं लिखा सी द प्रोवाइडेड लाइन ग्राफ illustrate the sales of ਗੋਲਡ ਇਨ ਦੁਬਈ ਫॉर 12 ਮੰਥਸ ਇਹ ਦੇਖੋ ਇੱਕ ਤਰੀਕਾ ਹੈ ਤੁਸੀਂ ਹੋਰ ਨੈਕਸਟ ਵੀ ਵੇ ਯੂਜ਼ ਕਰ ਸਕਦੇ ਹੋ ਇਸਨੂੰ ਇਲਿਸਟ੍ਰੇਟ ਕਰਨ ਦਾ ਕਿਉਂਕਿ 150 ਵਰਡਸ ਆਪਾਂ ਕੰਪਲੀਟ ਕਰਨੇ ਹੁੰਦੇ ਆ ਵਿਦਿਨ 20 ਮਿੰਟਸ ਤਾਂ ਅਗਰ ਤੁਸੀਂ ਪ੍ਰੋਪਰਲੀ ਹਰ ਇੱਕ ਟਾਈਪ ਤੋਂ ਅਵੇਅਰ ਹੋ ਸੋ ਤੁਹਾਨੂੰ ਇਹਦਾ ਟਾਈਮ ਨਹੀਂ ਲੱਗੇਗਾ ਜਸਟ ਤੁਸੀਂ 50 ਮਿੰਟਸ ਆਪਣਾ ਟਾਸਕ ਕੰਪਲੀਟ ਕਰ ਸਕਦੇ ਹੋ ਅਗਰ ਤੁਹਾਨੂੰ ਮਿਨੀਮਮ ਮੈਕਸਿਮਮ ਇਨੀਸ਼ੀਅਲ ਫਾਈਨਲ ਵੇਰੀਏਸ਼ਨ ਫਲਕਚੁਏਸ਼ਨ ਇਹ ਸਾਰੇ ਪੁਆਇੰਟ ਕਲੀਅਰ ਹੋ ਜਾਣ ਠੀਕ ਹੈ ਸੋ ਬੈਸਟ ਸਟ੍ਰੈਟਜੀ ਤਾਂ ਮੇਰੇ ਅਕੋਰਡਿੰਗ ਇਹ ਹੁੰਦੀ ਹੈ ਕਿ ਜੋ ਜਿੱਥੇ ਜਿੱਥੇ ਪੁਆਇੰਟ ਮੀਟ ਕਰਦਾ ਲਾਈਕ ਇਹ ਵਾਲਾ ਪੁਆਇੰਟ ਹੈ ਡਾਟਡ ਤੇ ਇੱਥੇ ਉੱਪਰ ਲਿਖ ਲਓ 200 ਦੈਨ ਇਸ ਪੁਆਇੰਟ ਤੇ ਲਿਖ ਲਓ like 230 then इस पे 350 लिख लो then इस पॉइंट से 250 ये पॉइंट अगेन 200 पे आ गया फिर डाउनवर्ड आ रहा है 150 then होर डाउन आ चुके हैं 150 तो just less then go up which is where it is made to 200 then it came back down then it climbed to that point then it stabilized okay there was a gradual increment small change आया ठीक है मॉडरेशन बोल सकते हो मॉडरेट मॉडेस्ट ओके नेक्स्ट समराइज होगी इन्फॉर्मेशन पता लगे क्या चीज़ इंक्रीज कर रही है तो क्या डिक्रीज कर सकती है नेक्स्ट स्टेप इज ओवरऑल ਤੁਸੀਂ ਸੈਕਿੰਡ ਸਟੈਪ 'ਚ ਲਿਖੋਗੇ ਇੱਕ ਲਾਈਨ ਛੱਡ ਕੇ ਠੀਕ ਹੈ ਬਿਕੋਜ਼ ਸਪੇਸਿੰਗ ਹੋਣੀ ਚਾਹੀਦੀ ਹੈ ਤਾਂ ਹੀ ਕਲੀਅਰ ਹੋ ਸਕਦਾ ਐਗਜ਼ਾਮੀਨਰ ਨੂੰ ਓਵਰऑल 'ਚ ਕੀ ਤੁਸੀਂ ਮੇਨ ਫੀਚਰਸ ਨੂੰ ਸਮਰਾਈਜ਼ ਕਰਨਾ ਓਵਰऑल ਦ ਮੇਨ ਸੇਲਸ ਪੀਰੀਅਡਸ ਵਰ ਠੀਕ ਹੈ ਇੱਥੇ ਵੀ ਲਿਖ ਸਕਦੇ ਹੋ ਓਵਰऑल ਤੁਸੀਂ ਲਿਖ ਸਕਦੇ ਹੋ it is clearly seen that ठीक है overall it is clearly seen that
The main sales period were the early part of the year and the end of the year, slumping in the summer except for sudden increase in August. ठीक है, अगस्त ਦੇ ਵਿੱਚ ਕੀ ਹੋਇਆ, ਇੱਕ sudden increase ਹੋਇਆ। ठीक है, देखो ਹੁਣ ਅਗਸਤ ਦੇ ਵਿੱਚ sudden increase ਹੋਇਆ ਆਪਣਾ, ਦੇਖੋ ਯੈਸ ਪਹਿਲਾਂ ਕੀ ਡਾਊਨ ਡਾਊਨ ਆ ਰਿਹਾ ਸੀ, ਦੈਨ ਅਗੇਨ ਕੀ ਹੋ ਗਿਆ, ਉਸ ਤੋਂ ਬਾਅਦ ਅਗਸਤ ਦੇ ਪੀਰੀਅਡ ਦੇ ਵਿੱਚ ਆਪਣੇ ਕੋਲ ਜੋ 골ਡ ਦੀ ਸੇਲ ਹੈ ਦੁਬਈ ਦੇ ਵਿੱਚ ਉਹ ਵੱਧ ਗਈ ਹੈ। ਠੀਕ ਹੈ, ਹੁਣ ਇੱਥੇ ਇੱਕ ਵਰਡ ਯੂਜ਼ ਕਰਿਆ ਸੀ, ਅਗਰ ਤੁਸੀਂ ਧਿਆਨ ਦਿਓ ਇਸ ਤੇ ਦੇਖੋ ਮੈਂ ਵਰਡ ਯੂਜ਼ ਕਰਿਆ ਸੀ, ਇਟ ਇਜ਼ ਕਲੀਅਰਲੀ ਸੀਨ ਦੈਟ ਦ ਪੀਰੀਅਡ ਵਰ ਦ अर्ਲੀ ਪਾਰਟ ਆਫ ਦ ਈਅਰ ਐਂਡ ਦ ਐਂਡ ਆਫ ਦ ਈਅਰ ਇਜ਼ ਸਲੰਪਿੰਗ ਇਨ ਦਾ ਸਮਰ। ਸਮਰ ਕਦੋਂ ਆਉਂਦੀ ਹੈ, ਓਬਵੀਅਸ ਜੂਨ ਜੁਲਾਈ ਅਪ੍ਰੈਲ ਤੱਕ, ਇੱਥੋਂ ਤੱਕ ਕਿ ਸਲੰਪਿੰਗ ਮਤਲਬ ਡਾਊਨ ਡਾਊਨ ਹੋ ਰਿਹਾ, ਉਹ ਚੀਜ਼ ਗਿਰ ਰਹੀ ਹੈ। ਠੀਕ ਹੈ, ਨੈਕਸਟ ਹੁਣ ਤੁਸੀਂ BP1 ਸ਼ੁਰੂ ਕਰਨਾ ਹੈ। BP1 ਦੇ ਲਈ ਕੀ ਹੈ, ਟੂ ਬਿਗਿਨ ਵਿਥ, ਜਾਂ ਫਿਰ ਤੁਸੀਂ ਲਿਖ ਸਕਦੇ ਹੋ ਲੁਕਿੰਗ ਇਨਟੂ ਦ ਡਿਟੇਲ। ਇੱਕ ਹੋਰ ਚੀਜ਼ ਲਿਖ ਸਕਦੇ ਆਪਾਂ, ਐਡ ਕਰ ਸਕਦੇ ਇੱਥੇ, ਮੈਂ ਲਿਖ ਦਿੰਦੀ ਹਾਂ ਇੱਥੇ, ਮੈਂਸ਼ਨ ਕਰ ਦਿੰਦੇ ਹਾਂ ਲੁਕਿੰਗ ਇਨਟੂ ਦੀ डिटेल। इट जस्ट अ बेसिक फॉर्मेट है, थोड़े लिए ईजी हो जाएगा समझना। दैन अगर तुसी बेसिक लिख सकते हो, दैन आफ्टर दैट तुसी इंट्रोड्यूस कर सकते हो फर्दर वेरिएशन, सिनोनियम्स, जो रेलिवेंट वोकैबुलरी है इसके अकॉर्डिंग। बट ये ध्यान रखना है फॉर्मल होंगी है, फॉर्मल रिपोर्ट है, फॉर्मल रिपोर्ट से इनफॉर्मल वर्ड्स यूज नहीं करने। लुकिंग इनटू द डिटेल टू बिगिन विद, दोनों चो कोई एक यूज कर सकते हो। द फर्स्ट मेन सीजन, पहला मेन सीजन की है फॉर द सेल्स वॉज फ्रॉम जनवरी टू मार्च पीरियड। ठीक है, सेल्स वर कंसिस्टेंटली अबव 200 मिलियन dirhams पर मंथ, राइजिंग शार्पली मतलब बड़ी तेजी ਦੇ ਨਾਲੋਂ ਵੱਧ ਰਹੀ ਹੈ, ਇੱਕ ਪੀਕ ਤੇ ਚਲੀ ਜਾਂਦੀ ਹੈ 350 ਮਿਲੀਅਨ dirhams ਮਾਰਚ ਦੇ ਵਿੱਚ। ਅਦਰ ਮੇਨ ਸੀਜ਼ਨ ਕੀ ਦੋ ਆ ਜਾਂਦਾ ਹੈ, ਜਦੋਂ ਪਹਿਲਾਂ ਡਾਊਨਫॉल ਚਲਿਆ ਜਾਂਦਾ ਹੈ, ਫਿਰ ਦੁਬਾਰਾ ਅਕਤੂਬਰ ਟੂ ਨਵੰਬਰ ਦੇ ਵਿੱਚ ਆ ਜਾਂਦਾ ਹੈ। ਹਾਊਐਵਰ ਯਾਨੀ ਅੱਗੇ ਕੀ ਹੈ, ਜਾਂ ਦੂਜੇ ਪਾਸੇ ਦੀ ਅਗਰ ਆਪਾਂ ਗੱਲ ਕਰੀਏ, ਫਰੋਮ ਅਪ੍ਰੈਲ ਟੂ ਜੁਲਾਈ ਸੇਲਸ ਕੀ ਹੋ ਰਹੀ ਸੀ, ਇਹ ਗੱਲ ਛੱਡਤੀ ਸੀ ਆਪਾਂ, ਸਿਰਫ ਇਨਕਰੀਮੈਂਟ ਸ਼ਾਰਪਲੀ ਇਨਕਰੀਮੈਂਟ ਪੀਰੀਅਡ ਨੂੰ ਲਿਖਤਾ। ਇਹ ਜੋ ਗੱਲ ਛੱਡੀ ਹੋਈ ਸੀ ਉਸ ਨੂੰ ਆਪਾਂ ਇੱਥੇ ਉਹਦੇ ਦਾ ਸੈਂਟੈਂਸ ਬਣਾ ਕੇ ਫਰੇਜ਼ ਕਰਤਾ ਕਿਹਦੇ ਨਾਲ, ਹਾਊਐਵਰ, ਜਾਂ ਫਿਰ ਤੁਸੀਂ ਹੋਰ ਕੀ ਲਿਖ ਸਕਦੇ ਹੋ, ਅਪਾਰਟ ਫਰੋਮ ਦਿਸ। ਕਿਵੇਂ ਲਿਖਣਾ ਆਪਾਂ ਇੱਥੇ, ਅਪਾਰਟ ਫਰੋਮ ਦਿਸ, मैं तो कैपिटल से नहीं लिखे, तुसी कैपिटल से ए लिखना, ठीक है, अपार्ट फ्रॉम दिस। या फिर हाउएवर फ्रॉम अप्रैल टू जुलाई सेल्स डिक्लाइंड स्टेडली रीचिंग एन एनुअल लो ऑफ 120 मिलियन dirham इन जुलाई। ठीक है, सो इसने दसता कि किस सीजन च वध गई, किस सीजन च फिर वधी है, दैन फिर घटी है, मेन चीज़ दसती। हुण आ जाओ नैक्सट ਦੇ ਵਿੱਚ ਕੀ ਹੈ, ਸੈਕਿੰਡ ਜਿਹੜਾ ਸੈਕਿੰਡ ਬੀਟੀ, ਫਿਰ ਇੱਕ ਲਾਈਨ ਦਾ ਸਪੇਸ ਪਾਣਾ, ਤੁਸੀਂ ਜ਼ਿਆਦਾ ਵੀ ਨਹੀਂ ਪਾਣਾ। ਇਨ ਅਗਸਤ देयर वाज, ਤੁਸੀਂ ਇੱਥੇ ਕੀ ਲਿਖ ਸਕਦੇ ਹੋ, अगर लिंकर पाओगे मूविंग फर्दर, ठीक है, मूविंग फर्दर तो बाद स्टार्ट कर सकते हो। इन अगस्त देयर वाज अ सडन इंक्रीज, अगस्त ਦੇ ਵਿੱਚ ਕਹਿੰਦੇ ਅਚਾਨਕ ਇਨਕਰੀਮੈਂਟ ਹੋਇਆ, ਸੇल्स ਡਬਲ ਹੋ ਗਿਆ, ਆਲਮੋਸਟ ਡਬਲਡ। ਦੇਖੋ ਕਿਉਂ ਲਿਖ ਰਿਹਾ, ਵਾਜ਼ ਵਰ थर्ड फॉर्म यूज कर रहे हैं बिकॉज डाटा 2002 ਦਾ ਹੈ ਤੇ ਹੁਣ 2020 ਚੱਲ ਰਿਹਾ। ਰਾਈਜ਼ਿੰਗ ਫਰੋਮ 120 ਮਿਲੀਅਨ dirhams in ਜੁਲਾਈ ਟੂ 210 ਮਿਲੀਅਨ dirhams in ਅਗਸਤ, ਇੱਥੋਂ ਵੱਧ ਗਈ ਚੀਜ਼। ਠੀਕ ਹੈ, ਉਦੋਂ ਤੁਸੀਂ ਇੱਥੇ ਜੀਰਨ ਯੂਜ਼ ਕਰਨਾ, ਰਾਈਜ਼ਿੰਗ ਵੱਧ ਗਈ ਹੈ, ठीक है, वध रही है, इस पॉइंट तो वध रही है, चाहे पास्ट च दसोगे किस तरह बोलोगे पंजाबी च सेंटेंस, वध रही है, इस तो इन्ना वध रही है। ठीक है, राइजिंग फ्रॉम 120 मिलियन dirhams in जुलाई टू 210 मिलियन dirhams in अगस्त, दिस वॉज फॉलोअर्ड। ठीक है, ये बहुत इंपॉर्टेंट है, इतने फॉलोअर्ड का मतलब होंगे जो पिछे ट्रेंड चल रहा है ना, नैक्सट वाली चीज़ उसको फॉलो करेगी। तो किमें लिख सकते हो, दिस वॉज फॉलोअर्ड बाय अ ड्रॉप इन सैप्टेंबर। ठीक है, ये चीज़ फॉलो की गई सी ताकि सेम चीज़ दिसंबर से भी ड्रॉप आ गया टू दी जुलाई फिगर, सैप्टेंबर टू दी जुलाई फिगर से एक ड्रॉप आ गया जो फॉलो कर रहा है पिछे वाला ट्रेंड। फ्रॉम सैप्टेंबर टू अक्टूबर सेल्स फिर रिकवर करियां 120 टू 180 मिलियन इन ऑर्डर द सेल्स रिमेन स्टडी, फिर बाद स्टेबल हो जाती है। देयर वॉज अ स्मॉल इंक्रीज, जो मैं बोलिया सी कि माइनर जो चेंज आया दिसंबर दे विच ते फिगर रीच कर गई 190 मिलियन dirhams। सो दिस इज द एंड ऑफ द रिपोर्ट। देखो किवें किता, चीज़ थोड़ी गिवन सी, एक्सप्लेन उसने वर्ड्स के नाल बहुत वर्डी बना ली है। किवें बनाई, देखो घबराना नहीं, अगर इन्फॉर्मेशन घट होंदी है तो BP1 ਦੇ ਵਿੱਚ ਕੀ करो, जस्ट जो मेन दसिया
ਕਿ ਇੰਨੇ ਤੋਂ ਇੰਨੇ ਤੱਕ ਦੇ ਡਾਟਾ ਦੇ ਵਿੱਚ ਜੈਨ ਤੋਂ ਮਾਰਚ ਤੱਕ ਦਾ ਦੱਸਤਾ ਸੀ, ਵੱਧ ਰਿਹਾ ਸੀ ਸ਼ਾਰਪਲੀ, ਦੈਨ ਡਾਊਨਫੋਲ ਆਇਆ, ਇਹ ਉਸਨੇ ਅਪਾਰਟ ਫਰੋਮ ਦਿਸ ਹਾਊਐਵਰ 'ਚ ਦੱਸਤਾ। ਇੰਨੇ ਵਾਲਾ ਫਿਗਰ 'ਚ ਫਿਰ ਇਨਕਰੀਮੈਂਟ ਹੀ ਸ਼ੋ ਕਰ ਰਿਹਾ। ਇਹ ਫਿਗਰ ਉਸਨੇ ਦੱਸਤੀ ਸੀ ਅਗਸਤ ਤੋਂ ਸੈਪਟੈਂਬਰ, ਉਹਨੇ ਕੋਈ ਸਟੇਬਲਾਈਜੇਸ਼ਨ ਨਹੀਂ ਦੱਸੀ BP1 'ਚ, ਕੁਝ ਨਹੀਂ ਦੱਸਿਆ, ਜਸਟ ਇੰਨਾ ਨਾ ਦੱਸਤਾ ਕਿ ਇਸ ਤੋਂ ਇਸ ਪੁਆਇੰਟ ਤੇ ਡਾਟਾ ਪਹੁੰਚ ਗਿਆ। ਪੀਕ ਪੁਆਇੰਟ ਦੱਸਤਾ ਸੀ, ਇਸ ਤਰ੍ਹਾਂ ਦੀ ਆਪੋਜ਼ਿਟ ਵੀ ਨੂੰ ਪੀਕ ਪੁਆਇੰਟ ਬੋਲ ਦਿੰਦੇ ਆ। ਅਗਰ ਸਿੱਧਾ V ਲੈਟਰ ਬਣ ਰਿਹਾ ਤਾਂ ਉਹ ਮਤਲਬ ਥੋੜਾ ਡਿਪਡ, ਮਤਲਬ ਡ੍ਰੌਪ ਡਾਊਨ ਹੋ ਗਿਆ ਫਿਗਰਸ 'ਚ, ਠੀਕ ਹੈ। ਨੰਬਰਸ ਨੂੰ ਫਿਗਰਸ ਬੋਲ ਸਕਦੇ ਹੋ ਤੁਸੀਂ, ਅੱਛੀ ਵੋਕੈਬਲਰੀ ਹੈ। ਨੈਕਸਟ ਉਸਨੇ ਜੋ BP2 ਦੇ ਵਿੱਚ ਕੀ ਕਰਤਾ, ਉਹਨਾਂ ਜੋ ਗੱਲਾਂ ਨੂੰ BP1 'ਚ ਬੋਲਿਆ ਉਹਨਾਂ ਨੂੰ ਇਲੈਬੋਰੇਟ ਕਰਤਾ, ਠੀਕ ਹੈ। ਤਾਂ ਇਹਦੇ ਨਾਲ ਤੁਹਾਡੀ ਜੋ ਇਨਫੋਰਮੇਸ਼ਨ ਚਾਹੇ ਘੱਟ ਸੀ ਪਰ ਤੁਸੀਂ ਉਹਨੂੰ 150 ਤੱਕ ਵਰਡ ਹੀ ਬਣਾ ਲਈ ਹੈ, ਠੀਕ ਹੈ। ਤੁਸੀਂ ਇਹ ਟ੍ਰਿਕ ਯੂਜ਼ ਕਰ ਸਕਦੇ ਹੋ। ਆਈ ਹੋਪ ਤੁਹਾਨੂੰ ਇਨਫੋਰਮੇਸ਼ਨ ਅੱਛੀ ਲੱਗੀ ਹੋਏਗੀ। ਨੈਕਸਟ ਮੈਂ ਵੀਡੀਓ ਇਸ ਦੇ ਲਿੰਕਰਸ ਦੀ ਬਣਾ ਰਹੀ ਹਾਂ, ਬਹੁਤ ਜਲਦੀ ਮੈਂ ਉਸਨੂੰ ਪੋਸਟ ਕਰ ਦਾਂਗੀ ਆਪਣੇ ਚੈਨਲ ਤੇ। ਅਗਰ ਤੁਹਾਡਾ ਕੋਈ ਵੀ ਡਾਊਟ ਹੈ ਰਿਗਾਰਡਿੰਗ ਟੂ ਟਾਸਕ 1 ਐਨੀ ਟਾਈਪ, ਯੂ ਕੈਨ ਕਮੈਂਟ, ਓਕੇ।